ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ 328 ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ। ਇਹ ਜਿਹੜਾ ਬਾਦਲਕਿਆਂ ਦਾ ਕੂੜਮਾ ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ ਹੈ, ਇਹਨਾਂ ਤੇ ਉਹਨਾਂ ਮਹੰਤਾਂ ਨੂੰ ਮਾਤ ਪਾ ਦਿੱਤੀ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਜਿਹੜੇ ਸਿੱਖ ਬਣ ਕੇ ਇਹਨਾਂ ਨੂੰ ਸਿੱਖ ਸਮਝ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ ਚਾਹੇ ਦਿੱਲੀ 'ਚ ਇਹਨਾਂ ਨੂੰ ਵੋਟ ਪਾਉਂਦੇ ਹੋਣ ਤੇ ਚਾਹੇ ਪੰਜਾਬ 'ਚ ਵੋਟ ਪਾਉਣ, ਜ਼ਿੰਮੇਵਾਰ ਉਹ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਇਹ ਲੋਕ ਚੁਣੇ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇੱਕ ਗੱਲ ਕਹੀ ਸੀ ਕਿ ਜੇਕਰ ਸਰਕਾਰਾਂ ਸੁਹਿਰਦ ਹੋਣ, ਪ੍ਰਸ਼ਾਸਨ ਸੁਹਿਰਦ ਹੋਵੇ, ਮਤਲਬ ਵੀ ਕੋਈ ਨਹੀਂ ਕਿ ਇਨਸਾਫ ਦਾ ਕਤਲ ਹੋ ਜਾਏ। ਭਗਵੰਤ ਸਿੰਘ ਮਾਨ ਹੋਣਾ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲਾਂ ਕਹੀਆਂ ਸਨ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ, ਪੰਜਾਬ ਦੇ ਮੁੱਦੇ ਦਰਦ ਜਿਹੜਾ ਮੈਂ ਉਂਗਲਾਂ ਤੇ ਗਿਣਿਆ ਹੋਇਆ ਆਉਂਦੇ ਸਾਰ ਹੀ ਹੱਲ ਕਰਾਂਗੇ। 6 ਮਹੀਨੇ ਉਹਨਾਂ ਦੀ ਉਡੀਕ ਕੀਤੀ ਗਈ, 4 ਵਾਰੀ ਉਹ ਇੱਥੇ ਆ ਕੇ ਮੱਥਾ ਟੇਕ ਕੇ ਚਲੇ ਗਏ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਸਰੂਪਾਂ ਬਾਬਤ ਇਹਨੂੰ ਬਹੁਤ ਹਲਕੇ 'ਚ ਲਿਆ ਹੈ। ਇਹ ਕਹਿ ਲਈਏ ਕਿ ਸਰਕਾਰ ਭਗਵੰਤ ਸਿੰਘ ਮਾਨ ਦੀ ਹੈ, ਪਰ ਚੱਲਦੀ ਅਜੇ ਵੀ ਕਿਤੇ ਨਾ ਕਿਤੇ ਬਾਦਲ ਕਿਤੇ ਕੈਪਟਨ ਕਿਆਂ ਦੀ। ਵਡਾਲਾ ਸਾਹਿਬ, ਦੇਖੋ ਸਿਮਰਜੀਤ ਸਿੰਘ ਮਾਨ ਹੋਣਾ ਦਾ ਕੱਲ ਦਾ ਬਿਆਨ ਆਇਆ, ਕਹਿੰਦੇ ਅਗਰ ਸਿੱਖਾਂ ਨੂੰ ਹਵਾਈ ਜਹਾਜ਼ ਦੇ ਸਫ਼ਰ ਲਈ ਸ਼੍ਰੀ ਸਾਹਿਬ ਉਤਾਰਿਆ ਜਾਂਦਾ ਹੈ ਤਾਂ ਫਿਰ ਹਿੰਦੂਆਂ ਦਾ ਜਨੇਊ ਵੀ ਉਤਾਰਿਆ ਜਾਵੇ। ਕੀ ਲੱਗਦਾ ਕਿ ਸ਼੍ਰੀ ਸਾਹਿਬ ਦੀ ਜਨੇਊ ਨਾਲ ਤੁਲਨਾ ਕਰਨੀ ਠੀਕ ਹੈ? ਦੇਖੋ ਜੀ, ਜਨੇਊ ਆਪਣੀ ਜਗ੍ਹਾ ਹੈ, ਸ਼੍ਰੀ ਸਾਹਿਬ ਦੀ ਆਪਣੀ ਹੋਂਦ ਹੈ। ਜਿਹੜਾ ਧਰਮ ਹੈ ਨਾ, ਉਹ ਦੂਜਿਆਂ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣੀ ਸਿਖਾਉਂਦਾ ਹੈ, ਨਾ ਕਿ ਕਿਸੇ ਦੀ ਲਾ ਕੇ ਰੋਲਣੀ ਸਿਖਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ 328 ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ, ਜਿਸ ਦੇ ਇਨਸਾਫ ਲਈ ਸਿੱਖ ਸੰਗਤਾਂ ਨੇ ਮੋਰਚਾ ਲਾਇਆ, ਜਿਨ੍ਹਾਂ ਦੀ ਮਾਰ ਕੁੱਟ ਕਰਕੇ ਤੇ ਉਸ ਮੋਰਚੇ ਨੂੰ ਤਾਰ ਪੀੜ ਕੀਤਾ ਗਿਆ, ਜਿਸ ਦੀ ਮੁੜ ਤਰਜਮਾਨੀ ਕਰਦਿਆਂ 2020 4 ਨਵੰਬਰ ਤੋਂ ਇਹ ਕਹਿ ਲਓ ਕਿ ਅੱਜ 22 ਮਹੀਨਿਆਂ ਦਾ ਸਮਾਂ ਕਰੀਬਨ ਬੀਤ ਚੱਲਿਆ ਹੈ। ਪੁਲਿਸ ਪ੍ਰਸ਼ਾਸਨ, ਸਰਕਾਰਾਂ ਕਦੇ ਕੈਪਟਨ ਸਾਹਿਬ ਦੀ ਆ ਕੇ ਚਲੀ ਗਈ ਤੇ ਕਦੇ ਚੰਨੀ ਕਿਆਂ ਦੀ ਚਲੀ ਗਈ। ਅੱਜ ਤੀਜੇ ਮੁੱਖ ਮੰਤਰੀ ਆ ਗਏ ਭਗਵੰਤ ਸਿੰਘ ਮਾਨ। ਭਗਵੰਤ ਸਿੰਘ ਮਾਨ ਹੋਣਾ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲਾਂ ਕਹੀਆਂ ਸਨ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ, ਪੰਜਾਬ ਦੇ ਮੁੱਦੇ ਦਰਦ ਜਿਹੜਾ ਮੈਂ ਉਂਗਲਾਂ ਤੇ ਗਿਣਿਆ ਹੋਇਆ ਆਉਂਦੇ ਸਾਰ ਹੀ ਹੱਲ ਕਰਾਂਗੇ। 6 ਮਹੀਨੇ ਉਹਨਾਂ ਦੀ ਉਡੀਕ ਕੀਤੀ ਗਈ, 4 ਵਾਰੀ ਉਹ ਇੱਥੇ ਆ ਕੇ ਮੱਥਾ ਟੇਕ ਕੇ ਚਲੇ ਗਏ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਸਰੂਪਾਂ ਬਾਬਤ ਇਹਨੂੰ ਬਹੁਤ ਹਲਕੇ 'ਚ ਲਿਆ ਹੈ। ਇਹਦੇ ਬਾਰੇ ਕੋਈ ਉਹਨਾਂ ਨੇ ਸਾਡੇ ਤੋਂ ਪੁੱਛਿਆ ਨਹੀਂ, ਕੋਈ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ। ਅਸੀਂ ਉਹਨਾਂ ਤੱਕ ਪੁੱਜਦੀ ਜਿੰਨੀ ਵੀ ਜਾਣਕਾਰੀ ਸੀ ਸਾਰੀ ਉੱਥੇ ਪੁੱਜਦਾ ਕਰ ਦਿੱਤੀ, ਪਰ ਜਦੋਂ ਹੁਣ ਸਰਕਾਰ ਗੂੜੀ ਨੀਂਦ 'ਚ ਸੌਂ ਗਈ ਤੇ ਅੱਜ ਉਹਨਾਂ ਦੀ ਜਾਗ ਖੋਲ੍ਹਣ ਵਾਸਤੇ ਅਸੀਂ ਸਿੱਖ ਨੀਤੀ ਮਾਰਚ, ਜਿਹੜਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਏ ਹਾਂ, ਹੁਣ ਅਸੀਂ ਇੱਥੋਂ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਵਾਂਗੇ। ਅੱਗੇ ਜਾਂਦਿਆਂ ਕਾਫਲਾ ਜਿਹੜਾ ਹੈ ਉਹ ਵੱਧਦਾ ਜਾਣਾ ਹੈ, ਕਿਉਂਕਿ ਤਰਨਤਾਰਨ ਸਾਹਿਬ ਵੀ ਸੰਗਤ ਮਿਲਣੀ ਹੈ, ਅੱਗੇ ਹਰੀਕੇ ਤੋਂ ਮਿਲਣੀ ਹੈ, ਮਕੂ ਤੋਂ ਮਿਲਣੀ ਹੈ, ਫਿਰ ਉਦੋਂ ਅੱਗੇ ਮੋਗਾ, ਬਰਨਾਲਾ, ਇੱਥੋਂ ਹੁੰਦੇ ਹੋਏ ਅਸੀਂ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਜਾ ਕੇ ਯਾਦ ਪੱਤਰ ਦਿਆਂਗੇ। ਅਗਲਾ ਪ੍ਰੋਗਰਾਮ ਸਾਡਾ ਕੀ ਹੋਊ, ਇਹ ਉੱਥੇ ਜਾ ਕੇ ਹੀ ਅਗਲਾ ਪ੍ਰੋਗਰਾਮ ਜਿਹੜਾ ਉਹ ਦਿੱਤਾ ਜਾਊ। ਵਡਾਲਾ ਸਾਹਿਬ, ਕੀ ਲੱਗਦਾ 22 ਮਹੀਨੇ ਦੇ ਕਰੀਬ ਸਮਾਂ ਹੋ ਚੱਲਾ ਇਸ ਜਗ੍ਹਾ ਤੇ ਪੰਥਕ ਹੋਕੇ ਤਹਿਤ ਮੋਰਚਾ ਲਾਇਆ ਹੋਇਆ, ਅੱਜ ਤੱਕ ਇਨਸਾਫ ਨਹੀਂ ਮਿਲ ਪਾਇਆ ਜੀ, ਤਾਂ ਕੀ ਲੱਗਦਾ ਕੀ ਹੈ ਕਿ ਹੁਣ ਇਨਸਾਫ ਮਿਲ ਪਾਏਗਾ? ਭਗਵੰਤ ਸਿੰਘ ਮਾਨ ਜ਼ਰੂਰ ਕਾਰਵਾਈ ਕਰਨਗੇ ਜਾਂ ਨਹੀਂ? ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇੱਕ ਗੱਲ ਕਹੀ ਸੀ ਕਿ ਜੇਕਰ ਸਰਕਾਰਾਂ ਸੁਹਿਰਦ ਹੋਣ, ਪ੍ਰਸ਼ਾਸਨ ਸੁਹਿਰਦ ਹੋਵੇ, ਮਤਲਬ ਵੀ ਕੋਈ ਨਹੀਂ ਕਿ ਇਨਸਾਫ ਦਾ ਕਤਲ ਹੋ ਜਾਏ। ਤੇ ਜੇ ਨਹੀਂ ਮਿਲ ਪਾ ਰਿਹਾ ਤੇ ਇਹਦਾ ਮਤਲਬ ਇਹ ਕਹਿ ਲਈਏ ਕਿ ਸਰਕਾਰ ਭਗਵੰਤ ਸਿੰਘ ਮਾਨ ਦੀ ਹੈ,
ਪਰ ਚੱਲਦੀ ਅਜੇ ਵੀ ਕਿਤੇ ਨਾ ਕਿਤੇ ਬਾਦਲ ਕਿਤੇ ਕੈਪਟਨ ਕਿਆਂ ਦੀ। ਜੇ ਇਹਨਾਂ ਦੀ ਚੱਲਦੀ ਹੁੰਦੀ ਤੇ ਫਿਰ ਹੁਣ ਤੱਕ ਸਾਨੂੰ ਇੱਥੇ ਬੈਠਣਾ ਪੈਂਦਾ, ਜਾਂ ਅਸੀਂ ਚੱਲ ਕੇ ਤੇਲ ਫੂਕ ਕੇ ਇੰਨੇ ਬੰਦੇ ਇੰਨੀਆਂ ਗੱਡੀਆਂ ਇੰਨਾ ਸਮਾਂ ਬਰਬਾਦ ਕਰਨ ਉੱਥੇ ਜਾਂਦੇ ਕਿ ਮੁੱਖ ਮੰਤਰੀ ਦਾ ਫਰਜ਼ ਨਹੀਂ ਸੀ ਬਣਦਾ ਇੱਥੇ ਆਉਣਾ। ਤੇ ਇੱਥੋਂ ਸਾਫ਼ ਹੈ ਕਿ ਇਹਨਾਂ ਦੇ ਅੰਦਰ ਦੀ ਕੋਈ ਜਾਂ ਬੇਈਮਾਨੀ ਹੈ, ਇਹ ਤਾਂ ਹੁਣ ਸਾਹਮਣੇ ਆਊ ਆਉਣ ਵਾਲੇ ਸਮੇਂ 'ਚ ਕਿ ਹੁਣ ਉੱਥੇ ਜਾ ਕੇ ਅਗਲਾ ਐਕਸ਼ਨ ਕੀ ਹੁੰਦਾ ਹੈ ਸਰਕਾਰ ਦਾ ਤੇ ਸਾਡਾ ਕੀ ਹੁੰਦਾ ਹੈ, ਅਗਲੇ ਸਾਹਮਣੇ ਸਾਰਾ ਕੁਝ ਅੱਗੇ ਆਵੇਗਾ। ਅਸੀਂ ਸਿੱਖ ਨੀਤੀ ਮਾਰਚ ਅੱਜ 20 ਅਗਸਤ ਨੂੰ ਪੰਥਕ ਹੋਕੇ ਵਾਲੀ ਥਾਂ ਤੋਂ ਆਰੰਭ ਕਰਕੇ ਭਗਵੰਤ ਸਿੰਘ ਮਾਨ ਦੇ ਘਰ ਤੱਕ ਪੁੱਜਾਂਗੇ। 4 ਵਾਰ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਨਾਲ ਤਮਸਤਕ ਮਨਾਏ, ਉਹਨਾਂ ਦੀਆਂ ਗੱਡੀਆਂ ਦੇ ਕਾਫਲੇ ਤੁਹਾਡੇ ਪੰਥਕ ਹੋਕੇ ਦੇ ਅੱਗੋਂ ਹੀ ਗੁਜ਼ਰਦੇ ਰਹੇ ਜੀ। ਇੱਕ ਵਾਰੀ ਵੀ ਰੁਕ ਕੇ ਤੁਹਾਡੇ ਨਾਲ ਮਿਲੇ ਨਹੀਂ ਜਾਂ ਗੱਲਬਾਤ? ਬਿਲਕੁਲ ਨਹੀਂ ਜੀ, ਉਹਨਾਂ ਸਮਝਿਆ ਹੀ ਨਹੀਂ ਇਸ ਦਰਦ ਨੂੰ ਕਿ ਇਹ ਕਿੰਨਾ ਕੁ ਜ਼ਰੂਰੀ ਹੈ। ਤੇ ਜੇ ਸਰਕਾਰ ਇਹਨੂੰ ਹਲਕੇ 'ਚ ਲੈ ਰਹੀ ਹੈ, ਇਹ ਪੰਜਾਬ ਤੇ ਲੋਕਾਂ ਦਾ ਜਿੱਥੋਂ ਸਰਕਾਰ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਣਾ ਸੁਭਾਵਿਕ ਹੈ, ਉੱਥੇ ਸਰਕਾਰ ਤੇ ਪੰਜਾਬ ਲਈ ਇਹ ਗੱਲਾਂ ਭਵਿੱਖ ਲਈ ਠੀਕ ਨਹੀਂ ਹੋਣਗੀਆਂ, ਜਿਹੜਾ ਕਿ ਹੋਰ ਰੁਖ ਤਿਆਰ ਕਰ ਸਕਦਾ। ਵਡਾਲਾ ਸਾਹਿਬ, ਇੱਕ ਸਿਮਰਜੀਤ ਸਿੰਘ ਮਾਨ ਹੋਣਾ ਦਾ ਕੱਲ ਦਾ ਬਿਆਨ ਆਇਆ, ਕਹਿੰਦੇ ਅਗਰ ਸਿੱਖਾਂ ਨੂੰ ਹਵਾਈ ਜਹਾਜ਼ ਦੇ ਸਫ਼ਰ ਲਈ ਸ਼੍ਰੀ ਸਾਹਿਬ ਉਤਾਰਿਆ ਜਾਂਦਾ ਹੈ ਤਾਂ ਫਿਰ ਹਿੰਦੂਆਂ ਦਾ ਜਨੇਊ ਵੀ ਉਤਾਰਿਆ ਜਾਵੇ। ਕੀ ਲੱਗਦਾ ਕਿ ਸ਼੍ਰੀ ਸਾਹਿਬ ਦੀ ਜਨੇਊ ਨਾਲ ਤੁਲਨਾ ਕਰਨੀ ਠੀਕ ਹੈ? ਦੇਖੋ ਜੀ, ਜਨੇਊ ਆਪਣੀ ਜਗ੍ਹਾ ਹੈ, ਸ਼੍ਰੀ ਸਾਹਿਬ ਦੀ ਆਪਣੀ ਹੋਂਦ ਹੈ। ਮੁਬਾਰਕਬਾਦ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਪਰ ਸ਼੍ਰੀ ਸਾਹਿਬ ਸਾਡੀ ਇਹ ਧਾਰਮਿਕ ਚਿੰਨ੍ਹ ਨਹੀਂ ਹੈ। ਇਹ ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ ਤੇ ਮਜ਼ਲੂਮ ਲਈ ਪਹਿਰੇਦਾਰ। ਇਹ ਹੈ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਕ ਅਰ ਤੀਰ, ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਉਹ ਪੀਰ ਹੈ ਜਿਨਨੇ ਮਜ਼ਲੂਮ ਦੀ ਰਾਖੀ ਕਰਨੀ, ਇਸ ਲਈ ਇਹਦੀ ਤੁਲਨਾ ਕਰਨੀ ਗਲਤ ਹੈ। ਦੂਸਰੀ ਗੱਲ, ਮੈਂ ਕਹਿੰਦਾ ਕਿ ਜਹਾਜ਼ਾਂ ਦੇ ਅੰਦਰ ਸਫ਼ਰ ਕਰੋ, ਤੁਹਾਡੇ ਬੱਚੇ ਪੇਪਰ ਦੇਣ ਜਾਣ, ਨਾ ਤੇ ਕਿਸੇ ਈਸਾਈ ਦਾ ਧਰਮ ਨਿਸ਼ਾਨ ਚਿੰਨ੍ਹ ਉਤਾਰੋ, ਨਾ ਕਿਸੇ ਮੁਸਲਿਮ ਦਾ, ਨਾ ਕਿਸੇ ਹਿੰਦੂ ਦਾ ਤੇ ਨਾ ਕਿਸੇ ਸਿੱਖ ਦਾ, ਕਿਉਂਕਿ ਜਿਹੜਾ ਧਰਮ ਹੈ ਨਾ, ਉਹ ਦੂਜਿਆਂ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣੀ ਸਿਖਾਉਂਦਾ ਹੈ, ਨਾ ਕਿ ਕਿਸੇ ਦੀ ਲਾ ਕੇ ਰੋਲਣੀ ਸਿਖਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਖਾ ਦਿੱਤਾ, ਧਰਮ ਲਈ ਦੂਜਿਆਂ ਨੂੰ ਡਾਂਗ ਫੇਰਨੀ ਜਣਾ ਖਾਣਾ ਜਾਣਦਾ ਹੈ, ਪਰ ਦੂਜਿਆਂ ਦੇ ਧਰਮ ਲਈ ਸਿਰ ਦੇਣਾ ਜੇ ਕੋਈ ਜਾਣਦਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦਾ ਸਿੱਖ ਪੰਥ ਜਾਣਦਾ ਹੈ। ਇਸ ਲਈ ਇਹ ਦੋਵੇਂ ਚੀਜ਼ਾਂ ਨੇ, ਤੁਲਨਾ ਕਰਨੀ ਵੀ ਮਾੜੀ ਗੱਲ। ਔਰ ਉਦੋਂ ਬਾਅਦ ਜਿੱਥੇ ਤੱਕ ਇਹਨਾਂ ਧਾਰਮਿਕ ਚਿੰਨ੍ਹ ਨੇ ਜਾਂ ਕੋਈ ਕਿਸੇ ਕਿਸਮ ਦੀ ਧਰਮ ਦੀ ਮਰਜ਼ਾਦਾ ਹੈ, ਹਰ ਥਾਂ ਤੇ ਹਰ ਇੱਕ ਨੂੰ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਬਾਕੀ ਸਿੱਖ ਦੀ ਸ੍ਰੀ ਸਾਹਿਬ ਤੋਂ ਡਰਿਓ ਨਾ, ਇਹ ਫ੍ਰੀ ਆਫ ਕਾਸਟ ਸਿੱਖ ਆਰਮੀ, ਇਹ ਤੁਹਾਡੀ ਸੁਰੱਖਿਆ ਜੀ। ਅਸੀਂ ਹਥਿਆਰਬੰਦ ਨਹੀਂ ਹਾਂ, ਅਸੀਂ ਸ਼ਸਤਰਧਾਰੀ ਲੋਕ ਹਾਂ, ਸ਼ਸਤਰ ਤੇ ਸ਼ਾਸਤਰ ਨੂੰ ਪਿਆਰ ਕਰਨ ਵਾਲੇ ਹਾਂ। ਜਿਵੇਂ ਇੱਕ ਫੌਜੀ ਦੇ ਕੋਲੇ ਗਨ ਹੋਵੇ, ਕੋਈ ਬੰਦਾ ਡਰਦਾ ਨਹੀਂ, ਬੜੇ ਮਾਣ ਨਾਲ ਨੇੜੇ ਜਾਂਦਾ। ਕਿਸੇ ਪੁਲਿਸ ਵਾਲੇ ਕੋਲੇ ਰਿਵਾਲਵਰ ਹੋਵੇ, ਬੜੇ ਮਾਣ ਨਾਲ ਨੇੜੇ ਚਲਿਆ ਜਾਂਦਾ, ਉਹ ਤੋਂ ਡਰਦਾ ਨਹੀਂ, ਉਹਨੂੰ ਪਤਾ ਕਿ ਇਹਨੇ ਮੇਰੀ ਰਾਖੀ ਲਈ ਪਾਇਆ ਹੋਇਆ। ਇਸ ਲਈ ਸਿੱਖ ਜਿਹੜਾ ਜੀ, ਉਹਨੇ ਸ੍ਰੀ ਸਾਹਿਬ ਰੱਖੀ ਹੈ ਤੇ ਕਿਸੇ ਨੂੰ ਮਾਰਨ ਲਈ ਨਹੀਂ, ਕਿਸੇ ਦੀ ਰਾਖੀ ਲਈ। ਤੇ ਮੈਨੂੰ ਅੱਜ ਵੀ ਯਾਦ ਹੈ, ਇੱਕ ਵਾਰੀ ਗੋਰੇ ਸਾਡੇ ਨਾਲ ਜਹਾਜ਼ ਵਿੱਚ ਚੜ੍ਹੇ ਸੀਗੇ, ਪਤਾ ਨਹੀਂ ਮੈਂ ਜੈਪੁਰ ਕੇ ਕਿੱਧਰ ਬੰਬੇ ਨੂੰ ਕਿੱਧਰੇ ਜਾ ਰਿਹਾ ਸੀਗਾ। ਉਹ ਸਾਡੀ ਕਿਰਪਾਨ ਵੇਖ ਕੇ ਅੱਧਾ ਜਹਾਜ਼ ਗੋਰਿਆਂ ਨਾਲ ਭਰਿਆ ਹੋਇਆ ਸੀ, ਉਹ ਮੂੰਹ ਤੇ ਹੱਥ ਰੱਖ ਲਏ ਵੀ ਇਹਨਾਂ ਸ੍ਰੀ ਸਾਹਿਬਾਂ ਪਾਈਆਂ। ਸਾਥੀ ਮੇਰਾ ਉਹਨਾਂ ਨੂੰ ਸਮਝਾਉਣ ਲੱਗ ਗਿਆ ਕਿ ਇਹ ਸਾਡਾ ਚਿੰਨ੍ਹ ਹੈ। ਮੈਂ ਕਿਹਾ ਨਹੀਂ, ਅਸੀਂ ਚਿੰਨ੍ਹ ਨਹੀਂ ਪਾਉਂਦੇ, ਅਸੀਂ ਡਿਫੈਂਸ ਲਈ ਸ੍ਰੀ ਸਾਹਿਬ ਰੱਖਦੇ ਹਾਂ, ਔਰ ਤੁਹਾਡੇ ਲਈ ਫ੍ਰੀ ਆਫ ਕਾਸਟ ਸਿੱਖ ਆਰਮੀ। ਉਹ ਇੰਨੇ ਖੁਸ਼ ਹੋਏ, ਉਹਨਾਂ ਦੇ ਬੋਲ ਸੀ ਗੋਰਿਆਂ ਦੇ, ਕਾਸ਼ ਕਿਧਰੇ ਅਸੀਂ ਵੀ ਸਿੱਖ ਆਰਮੀ ਹੁੰਦੇ, ਅਕਾਲ ਪੁਰਖ ਦੀ ਫੌਜ। ਇਸ ਲਈ ਸਾਡੇ ਦੱਸਣ 'ਚ ਅਸੀਂ ਤੇ ਲੋਕਾਂ ਨੂੰ ਮਿਲੀਟੈਂਟੀ ਦੱਸੀ ਜਾਂਦੇ ਆ ਨਾ, ਤੇ ਜਿੱਦਣ ਦੱਸਣ 'ਚ ਸਫਲ ਹੋ ਗਏ ਇਹ ਸਿੱਖ ਆਰਮੀ ਹੈ, ਉਦਣ ਤੁਹਾਡੀਆਂ ਕਿਰਪਾਨਾਂ ਲਾਉਣ ਦੀ ਕਿਸੇ ਨੇ ਗੱਲ ਨਹੀਂ ਕਰਨੀ। ਉਲਟਾ ਨੱਥੂ ਰਾਮ ਵੀ ਕਿਰਪਾਨ ਪਾ ਕੇ ਪ੍ਰੋਫੈਸਰ ਸਾਹਿਬ ਸਿੰਘ ਬਣ 'ਚ ਮਾਣ ਕਰੇਗਾ, ਔਰ ਮੌਲਵੀ ਕਰੀਮ ਬਖਸ਼ ਵੀ ਕਿਰਪਾਨ ਪਾ ਕੇ ਸੰਤ ਲਖਵੀਰ ਸਿੰਘ ਬਣਨ ਵਿੱਚ ਮਾਣ ਕਰੇਗਾ, ਔਰ ਰਾਮ ਜੀ ਦਾਸ ਵੀ ਭਗਤ ਪੂਰਨ ਸਿੰਘ
ਕਿਰਪਾਨ ਪਾ ਕੇ ਬਣ 'ਚ ਮਾਣ ਕਰੇਗਾ, ਨਾ ਕਿ ਤੁਹਾਡੀਆਂ ਕਿਰਪਾਨਾਂ ਤੇ ਕਿੰਤੂ ਕਰੇਗਾ। ਲੇਕਿਨ ਰਾਜ ਸਾਹਿਬ ਆਏ ਦਿਨ ਹੀ ਅਸੀਂ ਸੁਣਦੇ ਸੀ ਕਿ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਸੰਗਤ ਨਾਲ ਬੜੀ ਬਦਸਲੂਕੀ ਕੀਤੀ ਜਾਂਦੀ। ਪਿਛਲੇ ਦਿਨ ਇੱਕ ਵੀਡੀਓ ਵੀ ਦੇਖਣ ਨੂੰ ਮਿਲੀ, ਇੱਕ ਬਜ਼ੁਰਗ ਸ਼ਰਧਾਲੂ ਦੇ ਨਾਲ ਜਿਸ ਤਰੀਕੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ। ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ, ਲੇਕਿਨ ਐਸਜੀਪੀਸੀ ਦੇ ਮੁਲਾਜ਼ਮਾਂ ਦੀ ਇਸ ਤਰੀਕੇ ਦੀ ਗੁੰਡਾਗਰਦੀ ਤੇ ਤੁਹਾਡੀ ਕੀ ਪ੍ਰਤੀਕਿਰਿਆ ਰਹੇਗੀ? ਇਹ ਟਾਸਕ ਫੋਰਸ ਗੁੰਡਾ ਬ੍ਰਿਗੇਡ ਹੈ। ਨਰੈਣੂ ਮਹੰਤਾਂ ਦਾ ਇਹ ਕੋੜਮਾ ਆ। ਇਹੀ ਕੁਛ ਮਹੰਤ ਕਰਦੇ ਸੀ। ਅਸੀਂ ਅੱਗੇ ਪੜ੍ਹਦੇ ਸੁਣਦੇ ਸਾਂ, ਮਹੰਤਾਂ ਨੇ ਹਜ਼ੂਰੀ 'ਚ ਸਿੱਖ ਵੱਢ ਦਿੱਤੇ, ਕੀਰਤਨ ਕਰਦੇ, ਬੱਚਿਆਂ ਦੇ ਢਿੱਡ ਨਾਲ ਪੱਥਰ ਬੰਨ੍ਹ ਕੇ ਸਰੋਵਰ 'ਚ ਡੋਬ ਕੇ ਮਾਰ ਦਿੱਤੇ, ਔਰ ਗੁਰੂ ਘਰਾਂ ਦੀਆਂ ਡੋੜੀਆਂ 'ਚ ਕੰਜਰੀਆਂ ਲਿਆ ਕੇ ਨਚਾਈਆਂ, ਗੁਰੂ ਘਰਾਂ ਦੇ ਵਿੱਚ ਨਸ਼ੇ ਕੀਤੇ। ਅੱਗੇ ਤਾਂ ਮਹੰਤਾਂ ਦਾ ਪੜ੍ਹਦੇ ਸਾਂ। ਇਹ ਜਿਹੜਾ ਬਾਦਲ ਕਿਆਂ ਦਾ ਕੋੜਮਾ ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ, ਇਹਨਾਂ ਤੇ ਉਹਨਾਂ ਮਹੰਤਾਂ ਨੂੰ ਮਾਤ ਪਾ ਦਿੱਤੀ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਜਿਹੜੇ ਸਿੱਖ ਬਣ ਕੇ, ਇਹਨਾਂ ਨੂੰ ਸਿੱਖ ਸਮਝ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ, ਚਾਹੇ ਦਿੱਲੀ 'ਚ ਇਹਨਾਂ ਨੂੰ ਵੋਟ ਪਾਉਂਦੇ ਹੋਣ ਤੇ ਚਾਹੇ ਪੰਜਾਬ 'ਚ ਵੋਟ ਪਾਉਣ, ਜ਼ਿੰਮੇਵਾਰ ਉਹ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਇਹ ਲੋਕ ਚੁਣੇ ਆ। ਇਹਦਾ ਹੱਲ ਚਾਹੁੰਦੇ ਹੋ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਰਕਾਰ ਤੇ ਜ਼ੋਰ ਪਾਓ, ਔਰ ਤਕੜੇ ਹੋ ਕੇ ਧਾਰਮਿਕ ਤੌਰ ਤੇ ਇਹਨਾਂ ਚੋਣਾਂ ਨੂੰ ਲੜੋ, ਤਾਂ ਕਿ ਇਸ ਨਰੈਣੂ ਕੋੜਮੇ ਦਾ ਖਾਤਮਾ ਹੋਵੇ। ਇਹ ਗੁਰੂ ਘਰ ਉਹ ਹੈ ਜਿਹੜਾ ਡਿੱਗਿਆਂ ਨੂੰ ਚੁੱਕਦਾ ਹੈ, ਢੱਠਿਆਂ ਨੂੰ ਉਠਾਉਂਦਾ ਹੈ, ਕਮਜ਼ੋਰਾਂ ਦੀ ਬਾਂਹ ਫੜਦਾ ਹੈ, ਔਰ ਗਲ ਨਾਲ ਲਾ ਕੇ ਉਹ ਮੋਢਾ ਬਣਦਾ ਹੈ। ਜਣਾ ਖਣਾ ਇੱਥੇ ਮੋਢਾ ਰੱਖ ਕੇ ਰੋ ਕੇ ਆਪਣਾ ਦੁੱਖ ਦੱਸ ਸਕੇ, ਪਰ ਇਹ ਤੇ ਡਾਂਗ ਫੇਰ ਕੇ ਕਹਿੰਦੇ ਜਣਾ ਖਣਾ ਹੁੰਦਾ ਕੌਣ, ਸਾਨੂੰ ਪੁੱਛਣਾ। ਇਸ ਲਈ ਇਹ ਨਰੈਣੂ ਕੋੜਮਾ ਹੈ, ਉਹਨੂੰ ਵੀ ਮਾਤ ਪਾ ਗਿਆ। ਮਹੰਤ ਵੀ ਅੱਜ ਉਹਦੀ ਰੂਹ ਕਹਿੰਦੀ ਹੋਣੀ ਆ, ਇਹਨਾਂ ਤੇ ਸਿੱਖੋ ਮੈਂ ਵੀ ਨਹੀਂ ਸੀ ਗਰਕਿਆ ਜਿੰਨਾ ਤੁਸੀਂ ਮੈਨੂੰ ਭੰਡ ਰਹੇ ਹੋ, ਜਿੰਨੇ ਇਹ ਗਰਕ ਗਏ ਨੇ। ਇਸ ਲਈ ਹਾਲੇ ਦਾ ਇੱਕੋ ਹੀ ਆ, ਇਹ ਬਾਦਲ ਕਿਆਂ ਦਾ ਜਿਹੜਾ ਕੋੜਮਾ ਦਰਬਾਰ ਸਾਹਿਬ ਤੇ ਕਬਜ਼ਾ ਕਰੀ ਬੈਠਾ ਹੈ, ਇਹਨਾਂ ਤੋਂ ਛੁਟਕਾਰਾ, ਇਹਦੇ ਤੋਂ ਬਿਨਾਂ ਸਾਡਾ ਹੱਲ ਕੋਈ ਨਹੀਂ। ਚਾਹੇ 6 ਜੂਨ ਹੋਵੇ, ਚਾਹੇ ਉਹ ਮਾਨ ਸਾਹਿਬ ਵੀ ਕੁੱਟ ਦਿੱਤੇ ਸੀ ਕੱਥੂ ਨੰਗਲ ਦੇ ਵਿੱਚ, ਬੜੀ ਬੁਰੀ ਤਰ੍ਹਾਂ ਕੁੱਟਿਆ ਸੀ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਇਨਸਾਫ ਮੰਗ ਰਹੀਆਂ ਸਿੱਖ ਸੰਗਤਾਂ ਨੂੰ ਕੁੱਟਿਆ ਗਿਆ। ਇਹਨਾਂ ਦਾ ਨਿਤ ਨਵਾਂ ਕੰਮ ਹੈ। ਇਹ ਤੇ ਵੀਡੀਓ ਸਾਹਮਣੇ ਆ ਗਈ, ਜਿਹੜੀਆਂ ਗੱਲਾਂ ਸਾਹਮਣੇ ਨਹੀਂ ਆਈਆਂ ਉਹ ਤੇ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ ਵੀ ਇਹ ਕੀ ਕੁਝ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।